ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸੁਪਰੀਮ ਕੋਰਟ ਦੇ ਨਫ਼ਰਤੀ ਭਾਸ਼ਣ ਬਾਰੇ, ਦਿਸ਼ਾ ਨਿਰਦੇਸ਼ਾਂ ਬਾਰੇ। ਦੋਸਤੋ ਪਿਛਲੇ ਕੁਝ ਸਮੇਂ ਤੋਂ ਭਾਰਤ ਦੇਸ਼ ਭਰ ਦੇ ਵਿੱਚ ਹੀ ਜਿਹੜਾ ਨਫ਼ਰਤੀ ਭਾਸ਼ਣ ਦਾ ਬੋਲਬਾਲਾ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ, ਚਾਹੇ ਉਹ ਸਾਡੀ ਸਿਆਸੀ ਪਾਰਟੀਆਂ ਹੋਣ, ਚਾਹੇ ਧਾਰਮਿਕ ਜਥੇਬੰਦੀਆਂ ਹੋਣ, ਉਹ ਲਗਾਤਾਰ ਇੱਕ ਦੂਜੇ ਤੇ ਦੂਸ਼ਣਬਾਜ਼ੀਆਂ ਕਰ ਰਹੀਆਂ ਨੇ, ਉਹ ਇੱਕ ਦੂਜੇ ਤੇ ਇਲਜ਼ਾਮ ਲਗਾਉਣ ਲੱਗੀਆਂ ਹੋਈਆਂ ਤੇ ਇਸ ਦੌਰਾਨ ਕਿਹੋ ਜਿਹੀ ਸ਼ਬਦਾਵਲੀ ਦੀ ਉਹ ਵਰਤੋਂ ਕਰ ਰਹੀਆਂ, ਉਹ ਬਹੁਤ ਹੀ ਸੋਚਣਯੋਗ ਹੈ, ਵਿਚਾਰਨਯੋਗ ਹੈ। ਕਿਉਂਕਿ ਇਹਨਾਂ ਵੱਲੋਂ ਜਿਹੜਾ ਹੈ ਇਸ ਤਰ੍ਹਾਂ ਦੀ ਭਾਸ਼ਾ ਦੀ, ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਦਾ ਅਸਰ ਜਿਹੜਾ ਹੈ ਦੇਸ਼ ਭਰ ਦੇ ਵਿੱਚ ਜਾਂ ਵੱਖ-ਵੱਖ ਜਾਤਾਂ ਦੇ ਲੋਕਾਂ ਦੇ, ਵੱਖ-ਵੱਖ ਸਮਾਜ ਜਾਂ ਖੇਤਰ ਦੇ ਲੋਕਾਂ ਦੇ ਪੈਂਦਾ, ਜਿਸ ਕਰਕੇ ਇਹਨਾਂ ਦਾ ਆਪਸੀ ਟਕਰਾਅ ਜਿਹੜਾ ਹੈਗਾ ਲਗਾਤਾਰ ਲੋਕਾਂ ਦਾ ਵੱਧ ਰਿਹਾ ਤੇ ਸਾਡੀ ਰਾਜਨੀਤਿਕ ਪਾਰਟੀਆਂ ਇਸ ਬਾਰੇ ਸੋਚਣ ਲਈ, ਵਿਚਾਰਨ ਲਈ ਬਿਲਕੁਲ ਵੀ ਤਿਆਰ ਨਹੀਂ ਹੈ। ਉਹ ਕੋਈ ਗੱਲਬਾਤ ਨਹੀਂ ਕਰ ਰਹੀਆਂ ਤੇ ਨਾ ਹੀ ਜਿਹੜਾ ਹੈਗਾ ਸਾਡੇ ਸਮਾਜਿਕ ਆਗੂ ਨੇ, ਧਾਰਮਿਕ ਆਗੂ ਨੇ, ਉਹ ਇਹਨਾਂ ਚੀਜ਼ਾਂ ਤੇ ਧਿਆਨ ਦੇ ਰਹੇ ਨੇ। ਤੇ ਹਾਲ ਹੀ 'ਚ ਜੇ ਗੱਲ ਕਰੀਏ ਤਾਂ ਸਾਡੇ ਚਾਹੇ ਉਹ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਲੈ ਕੇ ਜਿਹੜਾ ਵਿਰੋਧੀਆਂ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹੋਣ, ਚਾਹੇ ਸੱਤਾਧਾਰੀ ਧਿਰ ਦੇ ਕੁਝ ਆਗੂਆਂ ਵੱਲੋਂ ਵਿਰੋਧੀਆਂ ਨੂੰ ਜਿਸ ਤਰ੍ਹਾਂ ਦੀ ਸ਼ਬਦਾਵਲੀ ਨਾਲ ਸੰਬੋਧਨ ਕੀਤਾ ਜਾ ਰਿਹਾ, ਜਿਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਵੀ ਬਹੁਤ ਹੀ ਨਿੰਦਣਯੋਗ ਹੈ। ਇਹੋ ਜਿਹੇ ਸਾਡੇ ਸਿਆਸੀ ਆਗੂਆਂ ਨੂੰ ਇਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਹੈਗੀ ਆ ਉਹ ਸ਼ੋਭਾ ਨਹੀਂ ਦਿੰਦੀ। ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਉਹਨਾਂ ਨੂੰ ਵਰਤੋਂ ਨਹੀਂ ਕਰਨੀ ਚਾਹੀਦੀ। ਪਰ ਜਿਹੜਾ ਸੁਪਰੀਮ ਕੋਰਟ ਨੇ ਨਫ਼ਰਤੀ ਭਾਸ਼ਣ ਨੂੰ ਲੈ ਕੇ ਜਿਹੜਾ ਆਪਣੇ 21 ਅਕਤੂਬਰ 2022 ਦੇ ਫੈਸਲੇ ਦਾ ਦਾਇਰਾ ਵਧਾਇਆ ਤੇ ਸਾਰੇ ਸੂਬਿਆਂ ਦੇ ਜਿਹੜਾ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਕਮ ਦਿੱਤੇ ਨੇ ਵੀ ਜੇਕਰ ਕੋਈ ਵੀ ਨਫ਼ਰਤੀ ਭਾਸ਼ਣ ਫੈਲਾਉਂਦਾ ਉਸ ਦੇ ਖਿਲਾਫ ਤੁਰੰਤ ਜਿਹੜਾ ਹੈਗਾ ਕਾਰਵਾਈ ਕੀਤੀ ਜਾਵੇ, ਕੇਸ ਦਰਜ ਕੀਤਾ ਜਾਵੇ, ਭਾਵੇਂ ਉਸ ਬਾਰੇ ਕੋਈ ਵੀ ਸ਼ਿਕਾਇਤ ਦਵੇ ਜਾਂ ਨਾ ਦਵੇ, ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਇਹ ਸੁਪਰੀਮ ਕੋਰਟ ਨੇ ਜਿਹੜਾ ਹੈਗਾ ਫੈਸਲਾ ਸੁਣਾਇਆ, ਇਹ ਟਿੱਪਣੀ ਕੀਤੀ ਹੈ। ਕਿਉਂਕਿ ਤੁਹਾਨੂੰ ਦੱਸਦੀ ਹੈ ਵੀ ਕਿ 21 ਅਕਤੂਬਰ 2022 ਨੂੰ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਜਿਹੜਾ ਸੁਪਰੀਮ ਕੋਰਟ ਨੇ ਪਹਿਲਾਂ ਵਿਸ਼ੇਸ਼ ਤੌਰ ਤੇ 3 ਸੂਬਿਆਂ ਬਾਰੇ ਇਹ ਫੈਸਲਾ ਸੁਣਾਇਆ ਸੀਗਾ ਤੇ ਵੀ ਨਫ਼ਰਤੀ ਭਾਸ਼ਣ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ। ਉਹ ਦਿੱਲੀ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਸੀ। ਉਸ ਤੋਂ ਬਾਅਦ ਜਿਹੜਾ ਵੱਖ-ਵੱਖ ਸੂਬਿਆਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਹੋਰ ਵਧੀਆਂ ਤੇ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਵੀ ਮਹਾਰਾਸ਼ਟਰ ਦੇ ਵਿੱਚ ਜਿਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਹੋ ਰਹੀ ਸੀ, ਉਸ ਸਮੇਂ ਵੀ ਨਫ਼ਰਤੀ ਭਾਸ਼ਣ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਸੀ ਤੇ ਉਹਨਾਂ ਕਿਹਾ ਸੀ ਵੀ ਕਿ ਸੱਤਾ ਦੇ ਵਿੱਚੋਂ ਧਰਮ ਨੂੰ ਬਾਹਰ ਰੱਖਣਾ ਚਾਹੀਦਾ, ਤਾਂ ਹੀ ਜਿਹੜਾ ਹੈਗਾ ਇਸ ਨਫ਼ਰਤੀ ਭਾਸ਼ਣ ਤੇ ਨੱਥ ਪਾਈ ਜਾ ਸਕਦੀ ਹੈ। ਤੇ ਇਸ ਤਰ੍ਹਾਂ ਦੀ ਸ਼ਬਦਾਵਲੀ ਹੁਣੀ ਪਿਛਲੇ ਦਿਨੀ ਵਰਤ ਕੇ ਹਟੀ ਸੀ ਸੁਪਰੀਮ ਕੋਰਟ। ਪਰ ਸੁਪਰੀਮ ਕੋਰਟ ਦੇ ਮਾਨਯੋਗ ਜਸਟਿਸ KM ਜੋਜ਼ਫ ਤੇ ਜਸਟਿਸ BV ਨਾਗਰਤਨਾ, ਇਹਨਾਂ ਨੇ ਦੁਬਾਰਾ ਜਿਹੜਾ ਹੈਗਾ ਹੁਣ ਇਸ ਤੇ ਇਹਨਾਂ ਸ਼ਬਦਾਵਲੀਆਂ ਤੇ ਇਸ ਤਰ੍ਹਾਂ ਦੇ ਭਾਸ਼ਣਾਂ ਤੇ ਜਿਹੜਾ ਨੋਟਿਸ ਲੈਂਦੇ ਆ, ਜਿਹੜਾ ਇਸ ਨੂੰ ਇੱਕ ਅਪਰਾਧ ਕਰਾਰ ਦਿੱਤਾ ਤੇ ਉਹਨਾਂ ਕਿਹਾ ਸਾਰੇ ਸੂਬਿਆਂ ਨੂੰ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ ਕਿ ਇਹੋ ਜਿਹੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕੇਸ ਦਰਜ ਕੀਤੇ ਜਾਣ ਤਾਂ ਜੋ ਇਸ ਤਰ੍ਹਾਂ ਦੀ ਸ਼ਬਦਾਵਲੀ ਹੈ, ਇਸ ਤਰ੍ਹਾਂ ਦੀ ਭਾਸ਼ਾ ਨੂੰ ਰੋਕਿਆ ਜਾ ਸਕੇ। ਤੇ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਵੀ ਕਿ ਜੇਕਰ ਕੋਈ ਵੀ ਸੂਬੇ ਦੀ ਪੁਲਿਸ ਜਾਂ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਉਸ ਨੂੰ ਜਿਹੜਾ ਹੈਗਾ ਸੁਪਰੀਮ ਕੋਰਟ ਦੀ ਹੱਤਕ ਮੰਨਿਆ ਜਾਵੇਗਾ, ਮਤਲਬ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਮੰਨਿਆ ਜਾਵੇਗਾ। ਇਹ ਵੀ ਜਿਹੜਾ ਸਖਤ ਰੁਖ ਸੁਪਰੀਮ ਕੋਰਟ ਨੇ ਅਖਤਿਆਰ ਕੀਤਾ। ਦੋਸਤੋ ਜਿਵੇਂ ਕਿ ਆਪਾਂ ਦੱਸਿਆ ਵੀ ਕਿ ਸੁਪਰੀਮ ਕੋਰਟ ਵੱਲੋਂ ਪਹਿਲਾਂ ਅਕਤੂਬਰ ਦੇ ਵਿੱਚ ਵੀ, ਉਸ ਤੋਂ ਬਾਅਦ ਹੁਣ ਮਾਰਚ ਮਹੀਨੇ ਦੇ ਵਿੱਚ ਵੀ ਤੇ ਹੁਣ ਅਪ੍ਰੈਲ ਦੇ ਅਖੀਰ 'ਚ ਮੁੜ ਜਿਹੜਾ ਨਫ਼ਰਤੀ ਭਾਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਟਿੱਪਣੀਆਂ ਕੀਤੀਆਂ, ਉਸ ਤੇ ਨੋਟਿਸ ਲਿਆ। ਇਹ ਬਹੁਤ ਹੀ ਸਵਾਗਤਯੋਗ ਹੈ ਵੀ ਕਿ ਸੁਪਰੀਮ ਕੋਰਟ ਨੇ ਖੁਦ ਇਹਨਾਂ ਚੀਜ਼ਾਂ ਨੂੰ ਦੇਖਦਿਆਂ ਜਿਹੜਾ ਇਸ ਚੀਜ਼ ਤੇ ਦਖਲ ਦਿੱਤਾ ਹੈ, ਉਹਨਾਂ ਨੇ ਟਿੱਪਣੀ ਕੀਤੀ ਹੈ ਤੇ ਜਿਹੜਾ ਹੈਗਾ ਕਾਰਵਾਈ ਦੇ ਹੁਕਮ ਦਿੱਤੇ ਨੇ। ਪਰ ਇੱਕ ਚੀਜ਼ ਸਭ ਤੋਂ ਵੱਡੀ ਹੈ ਵੀ ਕਿ ਸੁਪਰੀਮ ਕੋਰਟ ਵੱਲੋਂ ਪਹਿਲਾਂ ਵੀ 3 ਸੂਬਿਆਂ ਦੇ ਵਿੱਚ ਕਾਰਵਾਈ ਦੇ ਹੁਕਮ ਦਿੱਤੇ, ਪਰ ਕਾਰਵਾਈ ਕੋਈ ਬਹੁਤੀ ਹੁੰਦੀ ਦਿਖਾਈ ਨਹੀਂ ਦਿੱਤੀ ਤੇ ਹੁਣ ਵੀ ਆਦੇਸ਼ ਦਿੱਤੇ ਨੇ ਕਿ ਉਹਨਾਂ ਦੇ ਆਦੇਸ਼ਾਂ ਦਾ ਅਮਲ ਹੁੰਦਾ, ਉਸ ਤੇ ਸਹੀ ਢੰਗ ਨਾਲ ਕਾਰਵਾਈ ਹੁੰਦੀ ਹੈ। ਇਹ ਦੇਖਣਾ ਸਭ ਤੋਂ ਵੱਡੀ ਗੱਲ ਹੈ ਵੀ ਸੁਪਰੀਮ ਕੋਰਟ ਨੇ ਤਾਂ ਆਦੇਸ਼ ਜਾਰੀ ਕਰ ਦਿੱਤੇ ਨੇ, ਪਰ ਉਹਨਾਂ ਦੇ ਆਦੇਸ਼ਾਂ ਦੀ ਇਨ-ਬਿਨ ਪਾਲਣਾ ਕਿਵੇਂ ਹੋਵੇਗੀ, ਕੌਣ ਕਰੇਗਾ ਤੇ ਉਸ ਦੀ ਨਜ਼ਰਸਾਨੀ ਕੌਣ ਕਰੇਗਾ, ਇਹ ਸਾਰੀਆਂ ਚੀਜ਼ਾਂ ਤੇ ਬੜਾ ਸੋਚਣ ਦੀ ਤੇ ਵਿਚਾਰਨ ਦੀ ਲੋੜ ਹੈ। ਕਿਉਂਕਿ ਅਸੀਂ ਦੇਖਦੇ ਹਾਂ ਅਕਸਰ ਹੀ ਦੇਸ਼ ਦੇ ਵਿੱਚ ਨਫ਼ਰਤੀ ਭਾਸ਼ਣ, ਚਾਹੇ ਰਾਜਨੀਤਿਕ ਪਾਰਟੀਆਂ ਦੇ ਆਗੂ ਹੋਣ,
ਚਾਹੇ ਧਾਰਮਿਕ ਆਗੂ ਹੋਣ ਚਾਹੇ ਸਮਾਜਿਕ ਆਗੂ ਹੋਣ, ਉਹ ਅਕਸਰ ਹੀ ਆਪਣੀ ਵੱਡੇ ਇਕੱਠਾਂ ਦੇ ਵਿੱਚ, ਚੋਣ ਰੈਲੀਆਂ ਦੇ ਵਿੱਚ ਇਹੋ ਜਿਹੇ ਭਾਸ਼ਣਾਂ ਦੀ ਵਰਤੋਂ ਕਰਦੇ ਨੇ। ਇੰਨਾ ਹੀ ਨਹੀਂ ਬਲਕਿ ਭਾਰਤ ਦੇਸ਼ ਦੇ ਵਿੱਚ ਤਾਂ ਘੱਟ ਗਿਣਤੀਆਂ ਦੇ ਵਿਰੁੱਧ ਵਿਸ਼ੇਸ਼ ਤੌਰ ਤੇ ਵੱਡੇ ਇਕੱਠ ਕੀਤੇ ਜਾਂਦੇ ਨੇ, ਵੱਡੇ ਸੈਮੀਨਾਰ ਸੱਦੇ ਜਾਂਦੇ ਨੇ, ਜਿੱਥੇ ਇਸ ਤਰ੍ਹਾਂ ਦੀ ਭਾਸ਼ਾ ਸਾਨੂੰ ਅਕਸਰ ਹੀ ਸੁਣਨ ਨੂੰ ਮਿਲਦੀ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਤੇ ਉਹ ਇਸ ਤਰ੍ਹਾਂ ਦੇ ਸ਼ਖਸੀਅਤਾਂ ਇਹੋ ਜਿਹੀ ਸ਼ਬਦਾਵਲੀ ਦੀ ਵਰਤੋਂ ਕਰ ਰਹੀਆਂ ਹੁੰਦੀਆਂ ਜਿਹੜੀ ਕਿ ਸਰਕਾਰ ਦੇ ਵਿੱਚ ਜਾਂ ਕੋਈ ਵਿਸ਼ੇਸ਼ ਰੁਤਬੇ ਤੇ ਬੈਠੀਆਂ ਹੁੰਦੀਆਂ ਨੇ। ਉਹਨਾਂ ਖਿਲਾਫ ਪੁਲਿਸ ਤੇ ਪ੍ਰਸ਼ਾਸਨ ਵੀ ਕਾਰਵਾਈ ਕਰਨ 'ਚ ਅਸਮਰੱਥ ਰਹਿੰਦਾ, ਉਹਨਾਂ ਖਿਲਾਫ ਕਾਰਵਾਈ ਨਹੀਂ ਹੋ ਪਾਉਂਦੀ। ਤੇ ਜੇ ਅਸੀਂ ਗੱਲ ਚੋਣਾਂ ਦੀ ਕਰਦੇ ਹਾਂ ਤਾਂ ਚੋਣਾਂ ਦੇ ਵਿੱਚ ਤਾਂ ਅਕਸਰ ਹੀ ਜਿਹੜਾ ਹੈਗਾ, ਜੇ ਚੋਣਾਂ ਵਿਧਾਨ ਸਭਾ ਦੀਆਂ ਹੋਣ ਚਾਹੇ ਲੋਕ ਸਭਾ ਦੀਆਂ ਹੋਣ ਚਾਹੇ ਉੱਥੇ ਸਥਾਨਕ ਚੋਣਾਂ ਹੋਣ, ਉੱਥੇ ਅਕਸਰ ਹੀ ਜਿਹੜਾ ਹੈਗਾ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਚੱਲਦੀ ਹੈ। ਇੱਕ ਦੂਜੇ ਨੂੰ ਜਿਹੜਾ ਇੱਕ ਗਲਤ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਇੱਕ ਦੂਜੇ ਬਾਰੇ, ਕਿ ਇਹ ਵੀ ਬਹੁਤ ਗਲਤ ਚੀਜ਼ ਹੈ। ਜਦੋਂ ਕਿ ਚੋਣਾਂ ਦੇ ਵਿੱਚ ਮੁੱਖ ਤੌਰ ਤੇ ਸਿਆਸੀ ਪਾਰਟੀਆਂ ਦੀ ਜ਼ਿੰਮੇਵਾਰੀ ਬਣਦੀ ਹੈ, ਜਾਂ ਤਾਂ ਜਿਹੜੀ ਪਾਰਟੀ ਸੱਤਾ ਦੇ ਵਿੱਚ ਕਾਬਜ਼ ਰਹੀ ਹੋਵੇ ਉਹ ਆਪਣੇ ਕੀਤੇ ਹੋਏ ਕੰਮਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਵੇ, ਤੇ ਇਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਭਵਿੱਖ ਦਾ ਰੋਡ ਮੈਪ ਹੈ ਉਸ ਨੂੰ ਲੋਕਾਂ ਅੱਗੇ ਰੱਖੇ। ਤੇ ਵਿਰੋਧੀ ਧਿਰ ਦਾ ਕੰਮ ਹੋਣਾ ਚਾਹੀਦਾ ਵੀ ਕਿ ਸੱਤਾਧਾਰੀ ਧਿਰ ਵੱਲੋਂ ਜਿਹੜੇ ਕੰਮ ਨਹੀਂ ਕੀਤੇ ਉਹਨਾਂ ਨੂੰ ਗਿਣਵਾਇਆ ਜਾਵੇ, ਤੇ ਇਸ ਦੇ ਨਾਲ ਹੀ ਸਮਾਜ ਭਲਾਈ ਲਈ ਜਿਹੜੇ ਕੰਮ ਹੋਣ ਵਾਲੇ ਹੋਣ ਜਾਂ ਉਹਨਾਂ ਦੀ ਜੋ ਰਣਨੀਤੀ ਹੋਵੇ ਉਸ ਨੂੰ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ। ਪਰ ਸਾਡੀ ਚੋਣਾਂ ਦੇ ਵਿੱਚ ਚੱਲਦਾ ਬਿਲਕੁਲ ਹੀ ਉਲਟ ਹੈ। ਉਹ ਇੱਕ ਦੂਜੇ ਤੇ ਦੂਸ਼ਣਬਾਜ਼ੀ ਤੱਕ ਸਾਡੇ ਚੋਣ ਪ੍ਰਚਾਰ ਸਿਮਟ ਕੇ ਰਹਿ ਗਏ ਨੇ। ਚਾਹੇ ਉਹ ਕੋਈ ਵੀ ਚੋਣਾਂ ਹੋਣ, ਕੋਈ ਵੀ ਰਾਜਨੀਤਿਕ ਪਾਰਟੀ ਹੋਵੇ, ਕਿਸੇ ਵੀ ਸੂਬੇ 'ਚ ਹੋਵੇ, ਉੱਥੇ ਬਜਾਏ ਵਿਕਾਸ ਦੀ ਗੱਲ ਹੋਣ ਦੇ ਉੱਥੇ ਦੂਸ਼ਣਬਾਜ਼ੀ ਦੀ ਗੱਲਾਂ ਹੁੰਦੀਆਂ ਨੇ, ਇੱਕ ਦੂਜੇ ਤੇ ਦੂਸ਼ਣਬਾਜ਼ੀ ਕੀਤੀ ਜਾਂਦੀ ਹੈ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਸ ਦੇ ਹੋਰ ਮੁੱਦੇ ਬਣ ਜਾਂਦੇ ਨੇ। ਇੱਕ ਭਾਸ਼ਣ ਤੋਂ ਬਾਅਦ ਉਹ ਫਿਰ ਲਗਾਤਾਰ ਇਹ ਸਿਲਸਿਲਾ ਅੱਗੇ ਚੱਲਦਾ ਰਹਿੰਦਾ। ਤੇ ਇਸ ਤਰ੍ਹਾਂ ਦੇ ਜਿਹੜੇ ਹਾਲਾਤਾਂ ਦੇ ਵਿੱਚ ਸੁਪਰੀਮ ਕੋਰਟ ਦਾ ਦਖਲ ਦੇਣਾ ਬਹੁਤ ਹੀ ਸਵਾਗਤਯੋਗ ਹੈ। ਪਹਿਲਾਂ ਮਹਾਰਾਸ਼ਟਰ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਦਖਲ ਦਿੱਤਾ। ਉਸ ਤੋਂ ਪਹਿਲਾਂ ਜਿਵੇਂ ਆਪਾਂ ਬਾਰ-ਬਾਰ ਜ਼ਿਕਰ ਕਰ ਰਹੇ 3 ਸੂਬਿਆਂ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਦੀ ਸ਼ਬਦਾਵਲੀ, ਇਸ ਤਰ੍ਹਾਂ ਦੇ ਭਾਸ਼ਣਾਂ ਦੇ ਬਾਰੇ ਉਹਨਾਂ ਨੇ ਟਿੱਪਣੀ ਕੀਤੀ। ਤੇ ਪਰ ਹੁਣ ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਇਹੋ ਜਿਹੇ ਭਾਸ਼ਣਾਂ ਦੀ, ਇਹੋ ਜਿਹੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਜਿਹੜੇ ਆਦੇਸ਼ ਦਿੱਤੇ ਨੇ, ਬਹੁਤ ਹੀ ਵਧੀਆ ਗੱਲ ਹੈ। ਪਰ ਦੋਸਤੋ ਇੱਕ ਚੀਜ਼ ਸਭ ਤੋਂ ਅਹਿਮ ਹੈ ਵੀ ਕਿ ਇਹੋ ਜਿਹੀ ਭਾਸ਼ਾਵਾਂ ਦੀ ਵਰਤੋਂ ਹੁੰਦੀ ਕਿਉਂ ਹੈ, ਇਸ ਦੇ ਪਿੱਛੇ ਕੀ ਕਾਰਨ ਨੇ, ਕਿਉਂ ਆਖਿਰਕਾਰ ਇਹ ਚੀਜ਼ਾਂ ਹੁੰਦੀਆਂ ਨੇ। ਤਾਂ ਅਸੀਂ ਇੱਕ ਚੀਜ਼ ਬੜੀ ਸਪਸ਼ਟ ਤੌਰ ਤੇ ਸਮਝਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਜਮਹੂਰੀਅਤ ਦਾ ਘਾਣ ਲਗਾਤਾਰ ਵੱਧਦਾ ਜਾ ਰਿਹਾ। ਸਾਡੇ ਦੇਸ਼ 'ਚ ਜਮਹੂਰੀਅਤ ਜਿਹੜੀ ਹੈਗੀ ਨਾ ਮਾਤਰ ਰਹਿ ਗਈ ਹੈ। ਜਮਹੂਰੀਅਤ 'ਚ ਜਿਹੜੀ ਕਮਜ਼ੋਰ ਹੁੰਦੀ ਜਾ ਰਹੀ ਹੈ। ਜੋ ਲੋਕ ਇਨਸਾਫ ਪਸੰਦ ਲੋਕ ਨੇ, ਜਮਹੂਰੀਅਤ ਨੂੰ ਮੰਨਣ ਵਾਲੇ ਲੋਕ ਨੇ, ਉਹ ਇਹਨਾਂ ਚੀਜ਼ਾਂ ਨੂੰ ਜਾਂ ਇਸ ਤਰ੍ਹਾਂ ਦੀ ਭਾਸ਼ਾਵਾਂ ਨੂੰ ਲੈ ਕੇ, ਇਹਨਾਂ ਮੁੱਦਿਆਂ ਨੂੰ ਲੈ ਕੇ ਆਵਾਜ਼ ਤਾਂ ਸਮੇਂ-ਸਮੇਂ ਤੇ ਜ਼ਰੂਰ ਚੁੱਕਦੇ ਨੇ, ਪਰ ਉਹਨਾਂ ਦੀ ਸੁਣਵਾਈ ਜਿਹੜੀ ਹੈਗੀ ਕਿਤੇ ਨਹੀਂ ਹੁੰਦੀ, ਕਿਉਂਕਿ ਉਹ ਲੋਕ ਬਹੁਤ ਘੱਟ ਗਿਣਤੀ 'ਚ ਹੈ। ਇਸ ਕਰਕੇ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਹੈ ਸੁਣੀ ਨਹੀਂ ਜਾਂਦੀ। ਦੂਜਾ, ਸੋਸ਼ਲ ਮੀਡੀਆ ਦਾ ਯੁੱਗ ਦੇ ਵਿੱਚ ਸੋਸ਼ਲ ਮੀਡੀਆ ਜਿਸ ਤਰ੍ਹਾਂ ਪੈਰ ਪਸਾਰਦਾ ਜਾ ਰਿਹਾ, ਉਸ ਦੇ ਨਾਲ ਹੀ ਜਿਹੜਾ ਹੈਗਾ ਇਸ ਤਰ੍ਹਾਂ ਦਾ ਭਾਸ਼ਣ ਵੀ ਹੋਰ ਵੱਧਦਾ ਜਾ ਰਿਹਾ। ਕਿਉਂਕਿ ਸੋਸ਼ਲ ਮੀਡੀਆ 'ਤੇ ਰਾਜਨੀਤਿਕ ਪਾਰਟੀਆਂ, ਉਹਨਾਂ ਦੇ ਜਿਹੜੇ IT ਵਿੰਗ ਨੇ, ਉਹਨਾਂ ਵੱਲੋਂ ਇਸ ਤਰ੍ਹਾਂ ਦੇ ਭਾਸ਼ਣਾਂ ਨੂੰ ਬੜਾ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਜਾਂਦਾ। ਉਸ ਤੋਂ ਇਲਾਵਾ ਕੁਝ ਜਿਹੜਾ ਹੈਗਾ ਸਾਡੇ ਲੋਕਾਂ ਵੱਲੋਂ ਵੀ ਜਿਹੜਾ ਹੈਗਾ ਆਪਣੇ ਨਿੱਜੀ ਤੌਰ 'ਤੇ TRP ਹਾਸਲ ਕਰਨ ਲਈ ਕਹਿ ਲਓ, ਜਾਂ ਇੱਕ ਆਪਣੇ ਆਪ ਨੂੰ ਲੋਕਾਂ ਨੂੰ ਵੱਧ ਗਿਣਤੀ 'ਚ ਆਪਣੇ ਨਾਲ ਜੋੜਨ ਲਈ ਵੀ ਇਸ ਤਰ੍ਹਾਂ ਦੇ ਭਾਸ਼ਣਾਂ ਨੂੰ ਜਿਹੜਾ ਹੈਗਾ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਜਾਂਦਾ, ਦਿਖਾਇਆ ਜਾਂਦਾ। ਇਸ ਕਰਕੇ ਵੀ ਜਿਹੜਾ ਹੈਗਾ ਸਾਡੇ ਅੱਜ ਅਸੀਂ ਨੈਤਿਕ ਪਤਨ ਦੇ ਵੱਲ ਜਿਹੜਾ ਹੈਗਾ ਲਗਾਤਾਰ ਵੱਧ ਰਹੇ ਹਾਂ। ਜੋ ਹਾਲਾਤ ਨੇ ਤਾਂ ਸਾਡੇ ਦੇਸ਼ 'ਚ ਹਾਲਾਤ ਜਿਹੜੇ ਨੇ ਉਹ ਹੋਰ ਵੀ ਮੁਸ਼ਕਲ ਹੁੰਦੇ ਜਾ ਰਹੇ ਨੇ, ਕਿਉਂਕਿ ਇਹਨਾਂ ਹਾਲਾਤਾਂ ਦਾ ਕੋਈ ਇਲਾਜ ਸਾਨੂੰ ਲੱਭ ਨਹੀਂ ਰਿਹਾ ਵੀ ਕਿ ਇਹਨਾਂ ਨੂੰ ਰੋਕਿਆ ਕਿਵੇਂ ਜਾਵੇ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਹੈਗਾ ਸਾਡਾ ਸਮਾਜ, ਸਾਡਾ ਸਿਸਟਮ ਹੋਰ ਹੀ ਜਿਹੜਾ ਹੈਗਾ ਪਾਸੇ ਜਾ ਰਿਹਾ। ਪਰ ਦੋਸਤੋ ਇਹ ਇਕੱਲਾ ਭਾਰਤ ਦੇਸ਼ ਦੇ ਵਿੱਚ ਨਹੀਂ, ਦੁਨੀਆ ਦੇ ਵਿੱਚ ਹੀ ਹੋ ਰਿਹਾ, ਕਿਉਂਕਿ ਦੁਨੀਆ ਦੇ ਵਿੱਚ ਜਿੰਨੀਆਂ ਵੱਡੀਆਂ ਸੰਸਥਾਵਾਂ ਨੇ ਉਹ ਨਿਘਾਰ ਵੱਲ ਜਿਹੜਾ ਹੈਗਾ ਲਗਾਤਾਰ ਵੱਧ ਰਹੀਆਂ ਨੇ। ਤੇ ਇਸ ਦੇ ਨਾਲ ਹੀ ਇੱਕ ਬੜੀ ਉਦਾਹਰਨ ਵਜੋਂ ਅਸੀਂ ਗੱਲ ਵੀ ਕਰ ਸਕਦੇ ਹਾਂ ਵੀ ਕਿ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਇੱਕ 9/11 ਦੀ ਘਟਨਾ ਸਾਲ 2001 ਦੇ ਵਿੱਚ ਹੋਈ, ਉਹ ਕਿਸੇ ਨੂੰ ਵੀ ਭੁਲਾਈ ਨਹੀਂ ਜਾ ਸਕਦੀ। ਉਸ ਘਟਨਾ ਤੋਂ 5 ਸਾਲ ਪਹਿਲਾਂ ਇੱਕ ਬੁੱਕ ਜਿਹੜੀ ਹੈਗੀ ਲਿਖੀ ਗਈ ਸੀ, ਕਲੈਸ਼ ਆਫ ਸਿਵਲਾਈਜੇਸ਼ਨ, ਉਹ 1996 ਦੇ ਵਿੱਚ ਕਿਤਾਬ ਆਈ ਸੀ। ਉਸ ਕਿਤਾਬ ਦੇ ਵਿੱਚ ਜਿਹੜਾ ਹੈਗਾ ਕਿਵੇਂ ਵੀ ਕਿ ਪੱਛਮੀ ਦੇਸ਼ ਤੇ ਮੁਸਲਿਮ ਕੰਟਰੀਆਂ ਆਪਸ ਦੇ ਵਿੱਚ ਲੜਦੀਆਂ, ਇਸ ਤਰ੍ਹਾਂ ਦਾ ਜਿਹੜਾ ਹੈਗਾ ਜ਼ਿਕਰ ਕੀਤਾ ਗਿਆ ਸੀਗਾ। ਉਹ ਬਹੁਤ ਹੀ ਮਤਲਬ ਉਸ 'ਚ ਗੱਲਾਂ ਜਿਹੜੀਆਂ ਹੈਗੀਆਂ ਸੋਚਣ ਦੇ ਵਿਚਾਰਨ ਵਾਲੀਆਂ ਸੀਗੀਆਂ ਕਿ ਆਖਿਰਕਾਰ ਕਿਵੇਂ ਸਾਡੇ ਲੋਕ ਜਿਹੜੇ ਕਿ ਇੱਕ ਦੂਜੇ ਦੇ ਭਾਈਚਾਰਕ ਗੱਲਾਂ ਕਰਦੇ ਨੇ, ਸਾਂਝ ਦੀਆਂ ਗੱਲਾਂ ਕਰਦੇ ਨੇ, ਪਰ ਉਹ
ਕਿਵੇਂ ਕੁਝ ਹੀ ਦਿਨਾਂ ਦੇ ਵਿੱਚ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਨੇ, ਕਿਵੇਂ ਆਮ ਲੋਕਾਂ ਦੇ ਵਿੱਚ ਇੱਕ ਜਿਹੜੀ ਵਾਰ ਜਾਂ ਇੱਕ ਤਰ੍ਹਾਂ ਯੁੱਧ ਜੰਗ ਜਿਹੜੀ ਹੈਗੀ ਸ਼ੁਰੂ ਹੋ ਜਾਂਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਦਾ ਉਸ ਬਾਰੇ ਜਿਹੜਾ ਹੈਗਾ ਜ਼ਿਕਰ ਕੀਤਾ ਗਿਆ। ਅਤੇ ਦੂਜੇ ਪਾਸੇ ਜਦੋਂ ਅਮਰੀਕਾ ਦੇ ਵਿੱਚ 9/11 ਦੀ ਘਟਨਾ ਵਾਪਰਦੀ ਹੈ, ਉਸ ਤੋਂ ਬਾਅਦ ਅਮਰੀਕਾ ਵੱਲੋਂ ਜਿਵੇਂ ਅਫਗਾਨਿਸਤਾਨ 'ਤੇ, ਇਰਾਕ 'ਤੇ, ਈਰਾਨ 'ਤੇ ਜਿਵੇਂ ਹਮਲੇ ਕੀਤੇ ਜਾਂਦੇ ਨੇ, ਉਹ ਵੀ ਬਹੁਤ ਹੀ ਨਿੰਦਣਯੋਗ ਨੇ। ਕਿਉਂਕਿ ਅਫਗਾਨਿਸਤਾਨ ਦੀ ਘਟਨਾ ਬਾਰੇ ਤਾਂ ਇੱਕ ਚੀਜ਼ ਮੰਨੀ ਜਾ ਸਕਦੀ ਹੈ ਵੀ ਕਿ ਅਮਰੀਕਾ ਨੇ ਸਪਸ਼ਟ ਕਰ ਦਿੱਤਾ ਵੀ ਕਿ ਇਹਨਾਂ ਵੱਲੋਂ ਸਾਡੇ ਦੇਸ਼ ਦੇ ਵਿੱਚ ਹਮਲਾ ਕੀਤਾ ਗਿਆ, ਇਹਨਾਂ ਨੇ ਸਾਡੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅਸੀਂ ਉਸ ਦੇ ਬਦਲੇ ਦੇ ਵਿੱਚ ਕੀਤਾ। ਪਰ ਜਦੋਂ ਈਰਾਨ ਦੀ ਗੱਲ ਆਉਂਦੀ ਹੈ ਤਾਂ ਈਰਾਨ ਪਿੱਛੇ ਅਮਰੀਕਾ ਦਾ ਕਹਿਣਾ ਸੀਗਾ ਵੀ ਕਿ ਇਹਨਾਂ ਕੋਲ ਕੁਝ ਇਹੋ ਜਿਹੇ ਹਥਿਆਰ ਨੇ, ਇਹੋ ਜਿਹਾ ਅਸਲਾ ਇਹਨਾਂ ਕੋਲ ਜੋ ਕਿ ਬਹੁਤ ਹੀ ਨੁਕਸਾਨਦਾਇਕ ਹੋ ਸਕਦਾ ਹੈ, ਅਸੀਂ ਇਹਨਾਂ ਕਾਰਨਾਂ ਕਰਕੇ ਈਰਾਨ 'ਤੇ ਹਮਲਾ ਕੀਤਾ। ਪਰ ਜਦੋਂ ਬਾਅਦ ਦੇ ਵਿੱਚ ਮਾਮਲੇ ਦੀ ਜਾਂਚ ਹੁੰਦੀ ਹੈ, ਸਾਰੀ ਚੀਜ਼ ਸਾਹਮਣੇ ਆਉਂਦੀ ਹੈ, ਤਾਂ ਇਸ ਤਰ੍ਹਾਂ ਹੀ ਕੋਈ ਚੀਜ਼ ਜਿਹੜੀ ਹੈਗੀ ਹੈ ਕੋਈ ਰਿਕਵਰ ਨਹੀਂ ਹੁੰਦੀ, ਕੁਝ ਸਾਹਮਣੇ ਨਹੀਂ ਆਉਂਦਾ ਵੀ ਕਿ ਇਸ ਤਰ੍ਹਾਂ ਦਾ ਕੁਝ ਅਸਲ ਸੱਚ ਵੀ ਸੀ। ਪਰ ਉਸ ਤੋਂ ਬਾਅਦ ਜਿਹੜਾ ਹੈਗਾ ਪੱਛਮੀ ਦੇਸ਼ਾਂ ਦੇ ਵਿੱਚ ਅਤੇ ਮੁਸਲਿਮ ਦੇਸ਼ਾਂ ਦੇ ਵਿੱਚ ਜਿਹੜਾ ਟਕਰਾਅ ਹੈ ਉਹ ਲਗਾਤਾਰ ਹੋਰ ਵੱਧਦਾ ਜਾਂਦਾ। ਤਾਂ ਉਸ ਟਕਰਾਅ ਦਾ ਹੀ ਨਤੀਜਾ, ਜਿਵੇਂ ਅੱਜ ਆਪਾਂ ਨਫ਼ਰਤੀ ਭਾਸ਼ਣ ਦੀਆਂ ਗੱਲਾਂ ਕਰ ਰਹੇ, ਉਸ ਟਕਰਾਅ 'ਚੋਂ ਹੀ ਨਿਕਲ ਕੇ ਨਫ਼ਰਤੀ ਭਾਸ਼ਣ ਆਉਂਦਾ ਵੀ ਕਿ ਅੱਜ ਮੁਸਲਿਮ ਕੰਟਰੀਆਂ ਅਤੇ ਹੋਰਨਾਂ ਦੇਸ਼ਾਂ ਨਾਲ ਕਿੰਨੇ ਕੁ ਸੰਬੰਧ ਵਧੀਆ ਨੇ, ਉਹ ਸਾਰੇ ਉਹਨਾਂ ਟਕਰਾਅ ਦੇ ਵਿੱਚੋਂ ਹੀ ਨਿਕਲ ਕੇ ਆਏ ਨੇ। ਉਸੀ ਨੂੰ ਦੇਖਦੇ ਹੋਏ ਜੇ ਅਸੀਂ ਆਪਣੇ ਭਾਰਤ ਦੇਸ਼ ਦੀ ਵਿੱਚ ਗੱਲ ਕਰੀਏ ਤਾਂ ਉਹੀ ਹਾਲਾਤ ਅੱਜ ਜਿਹੜੇ ਨੇ ਕੁਝ ਅਸੀਂ ਉਰੇ ਵੀ ਬਣਦੇ ਦੇਖ ਰਹੇ ਹਾਂ ਕਿ ਕਿਵੇਂ ਲੋਕ ਇੱਕ ਦੂਜੇ 'ਤੇ ਦੂਸ਼ਣਬਾਜ਼ੀਆਂ ਕਰ ਰਹੇ ਨੇ, ਨਫ਼ਰਤੀ ਭਾਸ਼ਣ ਦੀ ਵਰਤੋਂ ਕਰਨ ਲੱਗੇ ਹੋਏ ਨੇ, ਚਾਹੇ ਉਹ ਰਾਜਨੀਤਿਕ ਤੌਰ 'ਤੇ ਹੋਵੇ, ਚਾਹੇ ਧਾਰਮਿਕ ਤੌਰ 'ਤੇ ਹੋਵੇ, ਚਾਹੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਹੋ ਰਹੀ ਹੋਵੇ। ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਿੰਦਣਯੋਗ ਹੈ, ਇਹੋ ਜਿਹਾ ਨਹੀਂ ਹੋਣਾ ਚਾਹੀਦਾ। ਸਾਡੇ ਰਾਜਨੀਤਿਕ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਇਸ ਤਰ੍ਹਾਂ ਦੀ ਭਾਸ਼ਾਵਾਂ ਤੋਂ ਗੁਰੇਜ਼ ਕਰਨ ਅਤੇ ਜਿਹੜਾ ਹੈਗਾ ਲੋਕ ਭਲਾਈ ਦੇ ਕੰਮਾਂ ਲਈ ਇੱਕ ਵਧੀਆ ਸੋਚ ਅਤੇ ਵਧੀਆ ਜਿਹੜਾ ਹੈਗਾ ਰਣਨੀਤੀ ਨਾਲ ਅੱਗੇ ਵਧਣ, ਤਾਂ ਜੋ ਸਮਾਜ ਦਾ ਵਿਕਾਸ ਹੋ ਸਕੇ, ਲੋਕਾਂ ਦਾ ਭਲਾਈ ਦੇ ਵਿੱਚ ਫੈਸਲੇ ਲਏ ਜਾ ਸਕਣ। ਪਰ ਦੂਜੇ ਪਾਸੇ ਇਹੋ ਜਿਹੀ ਘਟਨਾਵਾਂ ਜਿਹੜੇ ਹੈਗੀਆਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਪਰ ਸੁਪਰੀਮ ਕੋਰਟ ਦਾ ਇਹ ਫੈਸਲਾ ਬਹੁਤ ਹੀ ਸਵਾਗਤਯੋਗ ਹੈ। ਪਰ ਉੱਥੇ ਹੁਣ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੀ ਬਣਦੀ ਹੈ ਬਿਕੋਜ਼ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਇਨ-ਬਿਨ ਪਾਲਣਾ ਕਰਨ, ਜਿਹੜੇ ਇਹੋ ਜਿਹੀ ਸ਼ਬਦਾਵਲੀ ਦੀ ਜਾਂ ਇਹੋ ਜਿਹੇ ਭਾਸ਼ਣਾਂ ਦੀ ਵਰਤੋਂ ਕਰਦੇ ਨੇ, ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ, ਤਾਂ ਜੋ ਸਮਾਜ ਦੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਣੀ ਰਹੇ, ਲੋਕ ਸ਼ਾਂਤਮਈ ਢੰਗ ਨਾਲ ਆਪਣਾ ਜੀਵਨ ਜਿਉਣ ਅਤੇ ਖੁਸ਼ੀ ਜਿਹੜਾ ਹੈਗਾ ਆਪਣੀ ਜ਼ਿੰਦਗੀ ਬਤੀਤ ਕਰਨ। ਇਹ ਤਦੀ ਹੈ ਜੇਕਰ ਇਹੋ ਜਿਹੀ ਸ਼ਬਦਾਵਲੀ ਹੈ, ਇਹੋ ਜਿਹੇ ਭਾਸ਼ਣਾਂ ਦੀ ਵਰਤੋਂ ਘਟੇਗੀ, ਇੱਕ ਸਾਂਝੀਵਾਲਤਾ ਦੀ ਗੱਲ ਹੋਵੇਗੀ, ਤਾਂ ਇਹ ਜ਼ਿੰਮੇਵਾਰੀ ਰਾਜਨੀਤਿਕ ਆਗੂਆਂ ਦੀ ਬਣਦੀ ਹੈ ਵੀ ਕਿ ਉਹਨਾਂ ਨੂੰ ਇਹੋ ਜਿਹੀ ਨਫ਼ਰਤੀ ਭਾਸ਼ਣਾਂ ਦੀ ਥਾਂ 'ਤੇ ਸਾਂਝੀਵਾਲਤਾ ਦੀ ਗੱਲ ਕਰਨੀ ਚਾਹੀਦੀ ਹੈ। ਉਹਨਾਂ ਨੂੰ ਲੋਕਾਂ ਦੇ ਆਪਸੀ ਭਾਈਚਾਰੇ ਦੀ ਗੱਲ ਕਰਨੀ ਚਾਹੀਦੀ ਹੈ। ਉਹ ਕਿੰਨੀ ਕੁ ਕਰਦੇ ਨੇ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੰਜਾਬੀ ਟ੍ਰਿਬਿਊਨ ਵੱਲੋਂ ਤੁਹਾਡੇ ਤੱਕ ਇਸ ਤਰ੍ਹਾਂ ਦੇ ਜਨਤਕ ਮੁੱਦਿਆਂ ਨੂੰ, ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਜਾਵੇਗਾ, ਤੁਹਾਡੇ ਅੱਗੇ ਰੱਖਿਆ ਜਾਵੇਗਾ। ਅਤੇ ਕੱਲ੍ਹ ਨੂੰ ਫਿਰ ਇਸੇ ਸਮੇਂ ਇੱਕ ਨਵੇਂ ਮੁੱਦੇ 'ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।